ਦੋਸਤੋ ਸਾਰੰਸ਼ ਦੇ ਇੱਕ ਹੋਰ ਐਪੀਸੋਡ 'ਚ ਤੁਹਾਡਾ ਸਵਾਗਤ ਹੈ। ਅੱਜ ਆਜ਼ਾਦੀ ਦਿਹਾੜਾ ਹੈ। ਉਹ ਦਿਨ ਜਦੋਂ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ, ਪਰ ਆਜ਼ਾਦੀ ਆਪਣੇ ਨਾਲ ਇੱਕ ਬਹੁਤ ਦੁਖਾਵੀਂ ਵੰਡ ਵੀ ਲੈ ਕੇ ਆਈ, ਜਦੋਂ ਇਹ ਦੇਸ਼ ਮਜ਼ਹਬ ਦੇ ਆਧਾਰ ਤੇ ਦੋ ਹਿੱਸਿਆਂ 'ਚ ਵੰਡਿਆ ਗਿਆ। ਅੱਜ ਆਪਾਂ ਗੱਲ ਕਰਾਂਗੇ ਆਜ਼ਾਦੀ ਅਤੇ ਵੰਡ ਨਾਲ ਸੰਬੰਧਿਤ ਕੁਝ ਚੋਣਵੇਂ ਨੁਕਤਿਆਂ ਅਤੇ ਕੁਝ ਅਜਿਹੇ ਸਬਕ ਜੋ ਸਾਨੂੰ ਇਸ ਆਜ਼ਾਦੀ ਅਤੇ ਵੰਡ ਤੋਂ ਸਿੱਖਣ ਦੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਵੀ ਜੌਨ ਏਲੀਆ ਦਾ ਕਹਿਣਾ ਸੀ ਕਿ ਪਾਕਿਸਤਾਨ ਅਲੀਗੜ੍ਹ ਦੇ ਲੌਂਡਿਆਂ ਦੀ ਸ਼ਰਾਰਤ ਸੀ। ਸਾਨੂੰ ਇਸ ਬਾਰੇ ਕਿਸੇ ਮੁਗਾਲਤੇ 'ਚ ਨਹੀਂ ਰਹਿਣਾ ਚਾਹੀਦਾ ਕਿ ਪਾਕਿਸਤਾਨ ਕਦੇ ਵੀ ਹਿੰਦੁਸਤਾਨ ਦੇ ਬਹੁ ਗਿਣਤੀ ਮੁਸਲਮਾਨਾਂ ਦੀ ਮੰਗ ਨਹੀਂ ਸੀ। ਮੁਸਲਮਾਨ ਅਸ਼ਰਾਫੀਆ ਵਿੱਚ ਇੱਕ ਅਜਿਹਾ ਹਿੱਸਾ ਸੀ ਜੋ ਇਹ ਮੰਨਦੇ ਸਨ ਕਿ ਉਹਨਾਂ ਨੇ ਭਾਰਤ ਤੇ ਕੋਈ 1000 ਤੋਂ ਵੱਧ ਸਮੇਂ ਤੱਕ ਹਕੂਮਤ ਕੀਤੀ ਹੈ ਤੇ ਉਹ ਭਾਰਤ ਦੇ ਮਾਲਕ ਹਨ। ਪਰ ਜੇਕਰ ਅਜਿਹੀ ਸਥਿਤੀ ਜਿਸ ਵਿੱਚ ਕੱਲ ਨੂੰ ਹਰ ਕਿਸੇ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਮਿਲੇਗਾ, ਤਾਂ ਉਹਨਾਂ ਨੂੰ ਲੱਗਦਾ ਸੀ ਕਿ ਉਹ ਘੱਟ ਗਿਣਤੀ ਵਿੱਚ ਰਹਿ ਜਾਣਗੇ, ਜੋ ਕਿ ਉਹਨਾਂ ਨੂੰ ਕਦੇ ਵੀ ਸਵੀਕਾਰ ਨਹੀਂ ਸੀ। ਪਾਕਿਸਤਾਨ ਦੀ ਮੰਗ ਦੀ ਸ਼ੁਰੂਆਤ ਇਸ ਨਾਅਰੇ ਨਾਲ ਹੋਈ ਸੀ ਕਿ ਭਾਰਤ ਵਿੱਚ ਮੁਸਲਮਾਨਾਂ ਨੂੰ ਖਤਰਾ ਹੈ। ਬਾਅਦ ਵਿੱਚ ਜਿਨਾਹ ਨੇ ਬਹੁਤ ਚਲਾਕੀ ਨਾਲ ਇਸ ਨਾਅਰੇ ਨੂੰ ਇਸਲਾਮ ਖਤਰੇ ਵਿੱਚ ਹੈ ਵਿੱਚ ਤਬਦੀਲ ਕਰ ਦਿੱਤਾ। ਜਿਨਾਹ ਨੇ ਮਜ਼ਹਬ ਨੂੰ ਆਧਾਰ ਬਣਾ ਕੇ ਭਾਰਤ ਦੇ ਮੁਸਲਮਾਨਾਂ ਨੂੰ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਦਾ ਸੁਪਨਾ ਦਿਖਾਇਆ। ਪਰ ਕੀ ਆਜ਼ਾਦੀ ਦੇ 76 ਸਾਲਾਂ ਬਾਅਦ ਇਹ ਸਭ ਸੰਭਵ ਹੋ ਸਕਿਆ ਹੈ? ਦੇਸ਼ ਦੀ ਵੰਡ ਦਾ ਸ਼ਾਇਦ ਸਭ ਤੋਂ ਵੱਡਾ ਸਬਕ ਇਹ ਹੈ ਜੋ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਧਰਮ ਦੇ ਆਧਾਰ ਤੇ ਨਵੀਂ ਲਕੀਰ ਤਾਂ ਖਿੱਚੀ ਜਾ ਸਕਦੀ ਹੈ, ਪਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਮੁਹੱਈਆ ਕਰਵਾਉਣ ਦੀ ਲੜਾਈ ਬਿਲਕੁਲ ਵੱਖਰੀ ਹੈ। ਜੇਕਰ ਬਹੁਤ ਹੀ ਸਰਲ ਸ਼ਬਦਾਂ ਵਿੱਚ ਕਹੀਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਤੁਸੀਂ ਧਰਮ ਦੇ ਆਧਾਰ ਤੇ ਲੋਕਾਂ ਨੂੰ ਲਾਮਬੰਦ ਕਰਕੇ ਇੱਕ ਵੱਖਰਾ ਦੇਸ਼ ਤਾਂ ਲੈ ਸਕਦੇ ਹੋ, ਪਰ ਉਸ ਮੁਲਕ ਨੂੰ ਖੁਸ਼ਹਾਲ ਬਣਾਉਣ ਦਾ ਖਾਕਾ ਕੀ ਹੋਵੇਗਾ, ਉਸ ਲਈ ਜਦੋਜਹਿਦ ਕਰਨੀ ਹੀ ਪਵੇਗੀ। ਸੋ ਸਭ ਤੋਂ ਵੱਡਾ ਸਬਕ ਕਿ ਮਜ਼ਹਬ ਆਧਾਰਿਤ ਮੁਲਕ ਕਦੇ ਵੀ ਸਫਲ ਮੁਲਕ ਹੋਣ ਦੀ ਗਰੰਟੀ ਨਹੀਂ ਹੋ ਸਕਦਾ। ਇਹ ਸਬਕ ਸਿਰਫ ਸਾਡੇ ਗੁਆਂਢੀਆਂ ਲਈ ਹੀ ਨਹੀਂ ਹੈ, ਇਹ ਸਬਕ ਭਾਰਤ ਦੇ ਉਹਨਾਂ ਆਗੂਆਂ ਲਈ ਵੀ ਹੈ ਜੋ ਭਾਰਤ ਨੂੰ ਇੱਕ ਹਿੰਦੂ ਪਾਕਿਸਤਾਨ ਬਣਾਉਣ ਤੇ ਤੁਲੇ ਹੋਏ ਹਨ, ਤੇ ਉਹਨਾਂ ਲਈ ਵੀ ਜਿਨ੍ਹਾਂ ਦੀ ਸਿੱਖ ਪਾਕਿਸਤਾਨ ਬਣਾਉਣ ਦੀ ਇੱਛਾ ਵਾਰ-ਵਾਰ ਮਚਲ ਉੱਠਦੀ ਹੈ। ਜਦੋਂ ਜਿਨਾਹ ਵੱਖਰੇ ਮੁਲਕ ਦੀ ਮੰਗ ਕਰ ਰਿਹਾ ਸੀ ਤਾਂ ਉੱਥੇ ਇੱਕ ਮੌਲਾਨਾ ਨੇ ਜਿਨਾਹ ਨੂੰ ਸਵਾਲ ਪੁੱਛਿਆ ਸੀ ਕਿ ਤੂੰ ਇਹ ਕਿੱਥੋਂ ਸਿੱਖ ਲਿਆ ਕਿ ਮਜ਼ਹਬ ਵੱਖਰੇ ਮੁਲਕ ਦੀ ਬੁਨਿਆਦ ਬਣ ਸਕਦਾ ਹੈ? ਜੇ ਅਜਿਹਾ ਹੈ ਤਾਂ ਫਿਰ ਇਸਲਾਮ ਦੇ ਜਨਮ ਦੀ ਸਰਜ਼ਮੀਨ ਅਰਬ ਵਿੱਚ 26 ਮੁਲਕ ਕਿਉਂ ਹਨ? ਇਸ ਮੌਲਾਨਾ ਦਾ ਨਾਮ ਮੌਲਾਨਾ ਅਬੁਲ ਕਲਾਮ ਆਜ਼ਾਦ ਸੀ। ਆਪਣੇ ਆਜ਼ਾਦੀ ਤੋਂ ਪਹਿਲੇ ਇੱਕ ਇੰਟਰਵਿਊ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਇਹ ਭਵਿੱਖਬਾਣੀ ਕਰਦਾ ਹੈ ਕਿ ਪਾਕਿਸਤਾਨ 25 ਸਾਲਾਂ ਤੋਂ ਵੱਧ ਕਾਇਮ ਨਹੀਂ ਰਹਿ ਸਕੇਗਾ। ਅਬੁਲ ਕਲਾਮ ਆਜ਼ਾਦ ਦੀ ਭਵਿੱਖਬਾਣੀ ਬਿਲਕੁਲ ਸਹੀ ਸਾਬਤ ਹੁੰਦੀ ਹੈ ਤੇ 24 ਸਾਲ ਦੇ ਅਰਸੇ 'ਚ ਇਸਲਾਮ ਦੇ ਨਾਂ ਤੇ ਬਣਿਆ ਦੇਸ਼ ਜ਼ੁਬਾਨ ਦੇ ਨਾਂ ਤੇ ਟੁੱਟ ਜਾਂਦਾ ਹੈ ਤੇ ਬੰਗਲਾਦੇਸ਼ ਹੋਂਦ ਵਿੱਚ ਆਉਂਦਾ ਹੈ। ਇਹ ਆਪਣੇ ਆਪ ਵਿੱਚ ਇੱਕ ਵੱਡੀ ਕੇਸ ਸਟੱਡੀ ਵੀ ਹੈ ਤੇ ਸਬਕ ਵੀ ਕਿ ਭਾਸ਼ਾ ਤੇ ਸੱਭਿਆਚਾਰ ਲੋਕਾਂ ਨੂੰ ਜੋੜਨ ਲਈ ਮਜ਼ਹਬ ਨਾਲੋਂ ਕਿਤੇ ਵੱਡਾ ਕਾਰਕ ਹਨ। ਜਿਨਾਹ ਭਾਰਤ ਦੇ ਸਭ ਤੋਂ ਮਸ਼ਹੂਰ ਤੇ ਮਹਿੰਗੇ ਵਕੀਲਾਂ ਵਿੱਚੋਂ ਇੱਕ ਸੀ। ਉਹ ਆਪਣਾ ਕੇਸ ਪੇਸ਼ ਕਰਨਾ ਜਾਣਦਾ ਸੀ। ਉਹ ਧਰਮ ਦੇ ਨਾਂ ਤੇ ਲੋਕਾਂ ਨੂੰ ਆਪਣੇ ਪਿੱਛੇ ਲਾਮਬੰਦ ਕਰਕੇ ਨਵੇਂ ਮੁਲਕ ਦੇ ਖਾਬ ਦਿਖਾ ਰਿਹਾ ਸੀ। ਮੌਲਾਨਾ ਆਜ਼ਾਦ ਦਾ ਕਹਿਣਾ ਸੀ ਕਿ ਮੁਸਲਮਾਨਾਂ ਲਈ ਅਲੱਗ ਮੁਲਕ ਲੈਣਾ ਮਸਲਾ ਨਹੀਂ ਹੈ, ਸਗੋਂ ਮੁਸਲਮਾਨਾਂ ਦੇ ਰਾਜਨੀਤਿਕ, ਸਮਾਜਿਕ ਤੇ ਆਰਥਿਕ ਤਰੱਕੀ ਦੀ ਗੱਲ ਅਸਲ ਮਸਲਾ ਹੈ। ਬੇਸ਼ੱਕ ਜਿਨਾਹ ਨੂੰ ਪਾਕਿਸਤਾਨ ਦੇ ਬਾਨੀ ਵਜੋਂ ਸਿਹਰਾ ਦਿੱਤਾ ਜਾ ਸਕਦਾ ਹੈ, ਪਰ ਇਹ ਵੀ ਸੱਚ ਹੈ ਕਿ ਮੁਸਲਮਾਨਾਂ ਨੂੰ ਤਰੱਕੀ ਦੇ ਸੁਪਨੇ ਦਿਖਾ ਕੇ ਉਸਨੇ ਇਸ ਬਰੇ ਸਗੀਰ ਦੇ ਮੁਸਲਮਾਨਾਂ ਨੂੰ 3 ਵੱਖ-ਵੱਖ ਮੁਲਕਾਂ 'ਚ ਵੰਡ ਦਿੱਤਾ। ਤੇ ਜੇਕਰ ਅੱਜ ਬਰੇ ਸਗੀਰ ਦਾ ਮੁਸਲਮਾਨ ਆਪਣੀ ਪਛਾਣ ਲੱਭਣ ਲਈ ਜਦੋਜਹਿਦ ਕਰ ਰਿਹਾ ਹੈ ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਜਿਨਾਹ ਦਾ 2 ਕੌਮੀ ਨਜ਼ਰੀਆ ਹੈ ਜੋ ਪਰਸਪਰ ਵਿਰੋਧਤਾਈਆਂ ਨਾਲ ਭਰਿਆ ਹੋਇਆ ਹੈ। ਤੇ ਇਸ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਧਰਮ ਆਧਾਰਿਤ ਨਾਅਰੇ ਧਾਰਮਿਕ ਵਰਗ ਸਮੂਹ ਨੂੰ ਵਕਤੀ ਤੌਰ ਤੇ ਇਕੱਠੇ ਜ਼ਰੂਰ ਕਰ ਸਕਦੇ ਹਨ, ਪਰ ਲੰਮੇ ਸਮੇਂ ਵਿੱਚ ਉਸੇ ਸਮੂਹ ਲਈ ਇਹ ਭਾਰੀ ਨੁਕਸਾਨ ਦਾ ਸਬੱਬ ਵੀ ਬਣ ਸਕਦੇ ਹਨ। ਚੌਥਾ ਨੁਕਤਾ, ਜਿਨਾਹ ਦਾ ਪਾਕਿਸਤਾਨ ਦਾ ਸੁਪਨਾ ਅਜਿਹਾ ਸੀ ਕਿ ਉਹ ਉਸ ਨੂੰ ਇੱਕ ਯਕਰੰਗੀ ਬਾਗ ਬਣਾਉਣਾ ਚਾਹੁੰਦਾ ਸੀ ਜਿਸ ਵਿੱਚ ਸਿਰਫ ਇੱਕ ਹੀ ਕਿਸਮ ਦੇ ਫੁੱਲ ਹੋਣ। ਪਰ ਇਹ ਦੱਸਣਾ ਜ਼ਰੂਰੀ ਹੈ ਕਿ ਜਦੋਂ ਪਾਕਿਸਤਾਨ ਬਣਿਆ ਤਾਂ ਬਹੁਤ ਸਾਰੇ ਲੋਕ, ਖਾਸ ਕਰਕੇ ਪੱਛਮੀ ਟਿੱਪਣੀਕਾਰ, ਪਾਕਿਸਤਾਨ ਨੂੰ ਭਾਰਤ ਦੇ ਬਨਿਸਬਤ ਸਰਵਾਈਵਲ ਦੇ ਕਿਤੇ ਜ਼ਿਆਦਾ ਮੌਕੇ ਦਿੰਦੇ ਸਨ। ਉਹਨਾਂ ਦਾ ਮੰਨਣਾ ਸੀ ਕਿ ਭਾਰਤ ਇੱਕ ਦਿਨ ਆਪਣੀਆਂ ਵੱਖ-ਵੱਖ ਵਿਭਿੰਨਤਾਵਾਂ ਦੇ ਬੋਝ ਹੇਠ ਦੱਬ ਕੇ ਟੁੱਟ ਜਾਵੇਗਾ। ਕੀ ਪਾਕਿਸਤਾਨ ਪਿਛਲੀ 3/4 ਸਦੀ ਵਿੱਚ ਇੱਕ ਕੋਹੇਰੈਂਟ ਜਾਂ ਸੰਯੁਕਤ ਇਕਾਈ ਵਜੋਂ ਵਿਕਸਿਤ ਹੋ ਸਕਿਆ ਹੈ? ਕੀ ਉਹ ਸ਼ੀਆ, ਸੁੰਨੀ, ਅਹਿਮਦੀਆ ਅਤੇ ਫਿਰਕਾਵਾਰਾਨਾ ਝਗੜਿਆਂ ਤੋਂ ਮੁਕਤੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਇਆ ਹੈ? ਮਸ਼ਹੂਰ ਭਾਰਤੀ ਕਵੀ ਜਾਵੇਦ ਅਖਤਰ ਦੀ ਕਵਿਤਾ ਦਾ ਇੱਕ ਹਿੱਸਾ ਹੈ ਕਿ ਕੋਈ किसी को ये कैसे बताए कि एक रंग में छुप के 100 रंग रहते हैं, वो लोग जिन्होंने बाग यकरंगी बनाना चाहे थे उनको देखो, अब जब एक रंग में 100 रंग नुमायां हो गए हैं, वो कितने परेशान हैं, कितने तंग रहते हैं। इस सब कुछ का सबक ये है
ਕਿ ਜਦੋਂ ਕੋਈ ਸਮਾਜ ਰੰਗਾਂ ਨੂੰ ਵੰਡਣ ਦਾ ਆਦੀ ਹੋ ਜਾਂਦਾ ਹੈ ਤਾਂ ਉਸ ਦੀ ਫਿਰ ਕੋਈ ਸੀਮਾ ਨਹੀਂ ਰਹਿੰਦੀ ਤੇ ਉਹ ਬੇਰੰਗਾਂ ਵਿੱਚ ਵੀ ਵੱਖ-ਵੱਖ ਰੰਗਾਂ ਨੂੰ ਅਗਾਂਹ ਹੋਰ ਰੰਗਾਂ ਵਿੱਚ ਵੇਖਣ ਦੇ ਤੌਰ ਤਰੀਕੇ ਲੱਭ ਹੀ ਲੈਂਦਾ ਹੈ। ਪੰਜਵਾਂ ਨੁਕਤਾ, ਨਫ਼ਰਤ, ਹਿੰਸਾ ਤੇ ਖੁਸ਼ਫਹਿਮੀ ਇਕੱਠੇ ਨਹੀਂ ਚੱਲਦੇ। ਧਰਮ ਰਹਿਤ ਦੇਸ਼ ਦੀ ਮੰਗ ਕਰਨ ਤੋਂ ਬਾਅਦ ਵੀ ਜਿਨਾਹ ਇਸ ਭੁਲੇਖੇ 'ਚ ਜੀ ਰਿਹਾ ਸੀ ਕਿ ਵੱਖਰੇ ਹੋਣ ਤੋਂ ਬਾਅਦ ਹਿੰਦੁਸਤਾਨ ਅਤੇ ਪਾਕਿਸਤਾਨ ਦੋਸਤ ਬਣੇ ਰਹਿਣਗੇ ਅਤੇ ਹਿੰਦੂ, ਸਿੱਖ ਅਤੇ ਮੁਸਲਮਾਨ ਵੈਸ਼ੀਆਂ ਵਾਂਗ ਇੱਕ ਦੂਜੇ ਤੇ ਟੁੱਟ ਨਹੀਂ ਪੈਣਗੇ। ਪਰ ਉਸ ਨੂੰ ਸ਼ਾਇਦ ਕਿਆਸ ਵੀ ਨਹੀਂ ਸੀ ਕਿ ਉਸ ਦੀ ਮੰਗ ਮਨੁੱਖਤਾ ਦੇ ਸਭ ਤੋਂ ਵੱਡੇ ਕਤਲੇਆਮ ਤੇ ਹਿਜਰਤ ਦੇ ਰੂਪ ਵਿੱਚ ਹੋ ਨਿਬੜੇਗੀ। ਇੱਥੋਂ ਤੱਕ ਕਿ ਜਿਨਾਹ ਤੇ ਉਸ ਦੀ ਭੈਣ ਵੰਡ ਤੋਂ ਬਾਅਦ ਮੁੰਬਈ ਵਿੱਚ ਆਪਣੇ ਘਰ ਲਈ ਰਸੋਈਏ ਲੱਭ ਰਹੇ ਸਨ, ਕਿਉਂਕਿ ਉਹ ਸੋਚ ਰਹੇ ਸਨ ਕਿ ਉਹ ਹਰ ਸਾਲ ਵਿੱਚ ਘੱਟੋ ਘੱਟ 1 ਮਹੀਨਾ ਹਿੰਦੁਸਤਾਨ ਵਿੱਚ ਜ਼ਰੂਰ ਬਿਤਾਇਆ ਕਰਨਗੇ। ਜਦੋਂ ਲਾਹੌਰ ਦੇ ਲਾਅ ਕਾਲਜ ਦਾ ਵਿਦਿਆਰਥੀ ਕੁਲਦੀਪ ਨਈਅਰ ਉਸ ਨੂੰ ਇਹ ਸਵਾਲ ਕਰਦਾ ਹੈ ਕਿ ਜੇ ਭਾਰਤ ਉੱਤੇ ਕੋਈ ਬਾਹਰੀ ਤਾਕਤ ਹਮਲਾ ਕਰਦੀ ਹੈ ਤਾਂ ਪਾਕਿਸਤਾਨ ਦਾ ਰਿਐਕਸ਼ਨ ਕੀ ਹੋਵੇਗਾ, ਤਾਂ ਜਨਾਬ ਜਵਾਬ ਦਿੰਦਾ ਹੈ, ਯੰਗ ਮੈਨ, ਬਲੱਡ ਇਜ਼ ਥਿਕਰ ਦੈਨ ਵਾਟਰ, ਮਤਲਬ ਕਿ ਖੂਨ ਦਾ ਰਿਸ਼ਤਾ ਹਮੇਸ਼ਾ ਪਾਣੀ ਤੋਂ ਗੂੜਾ ਹੁੰਦਾ ਹੈ। ਇਹੀ ਜਿਨਾਹ ਜਦੋਂ ਆਜ਼ਾਦੀ ਤੋਂ ਬਾਅਦ ਹਵਾਈ ਸਰਵੇਖਣ ਦੌਰਾਨ ਸ਼ਰਨਾਰਥੀਆਂ ਦੀਆਂ ਲੰਬੀਆਂ ਕਤਾਰਾਂ ਦੇਖਦਾ ਹੈ ਤਾਂ ਉਹ ਆਪਣੇ ਮੱਥੇ ਤੇ ਹੱਥ ਮਾਰਦਾ ਹੈ ਤੇ ਕਹਿੰਦਾ ਹੈ, ਇਹ ਮੈਂ ਕੀ ਕਰ ਬੈਠਾ। ਇਹ ਸਬਕ ਸ਼ਾਇਦ ਉਹਨਾਂ ਸਿਆਸਤਦਾਨਾਂ ਲਈ ਵੀ ਹੈ ਜੋ ਹਿੰਸਾ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਦੇ ਹਨ। ਹਿੰਸਾ ਨੂੰ ਤੁਸੀਂ ਆਪਣੀ ਮਨਮਰਜ਼ੀ ਨਾਲ ਸ਼ੁਰੂ ਜ਼ਰੂਰ ਕਰ ਸਕਦੇ ਹੋ, ਪਰ ਇਹ ਕਿਵੇਂ ਅਤੇ ਕਦੋਂ ਅਤੇ ਕਿਸ ਰੂਪ ਵਿੱਚ ਖਤਮ ਹੋਵੇਗੀ, ਇਸ ਤੇ ਕਿਸੇ ਦਾ ਵੀ ਕੋਈ ਵਸ ਨਹੀਂ ਹੁੰਦਾ। 6ਵਾਂ ਨੁਕਤਾ, ਇਹ ਕਹਾਣੀ ਬਾਰ-ਬਾਰ ਦੱਸੀ ਗਈ ਹੈ ਕਿ ਜਦੋਂ ਲਾਹੌਰ ਤੇ ਅੰਮ੍ਰਿਤਸਰ ਵਿੱਚ ਦੰਗੇ ਹੋ ਰਹੇ ਸਨ ਤਾਂ ਲਾਹੌਰ ਦੇ ਬਦਮਾਸ਼ਾਂ ਨੇ ਅੰਮ੍ਰਿਤਸਰ ਦੇ ਬਦਮਾਸ਼ਾਂ ਨੂੰ ਚੂੜੀਆਂ ਭੇਜੀਆਂ ਸਨ ਕਿ ਅਸੀਂ ਲਾਹੌਰ 'ਚ ਕਤਲੇਆਮ ਕਰ ਦਿੱਤਾ ਹੈ, ਤੁਸੀਂ ਖਾਮੋਸ਼ ਕਿਉਂ ਬੈਠੇ ਹੋ। ਕਈ ਵਾਰ ਲੱਗਦਾ ਹੈ ਕਿ ਇਹ ਸਭ ਕੁਝ ਬਦਮਾਸ਼ਾਂ ਤੱਕ ਹੀ ਸੀਮਿਤ ਨਹੀਂ ਸੀ। ਇਹ ਚੂੜੀਆਂ ਭੇਜਣ ਦੀ ਪ੍ਰਥਾ ਸਿਰਫ ਦੋਵਾਂ ਸ਼ਹਿਰਾਂ ਦੇ ਬਦਮਾਸ਼ਾਂ ਵੱਲੋਂ ਹੀ ਨਹੀਂ, ਉਸ ਸਮੇਂ ਦੇ ਸਿਆਸੀ ਧੜਿਆਂ ਵੱਲੋਂ ਵੀ ਚੂੜੀਆਂ ਭੇਜੀਆਂ ਜਾ ਰਹੀਆਂ ਸਨ। ਕੋਲਕਾਤਾ ਦਾ ਕਤਲੇਆਮ ਤੇ ਪੋਠੋਹਾਰ ਦੇ ਫਸਾਦ, ਜਿੱਥੋਂ ਜਦੋਂ ਇੱਕੋ ਧਰਮ ਦੇ ਲੋਕਾਂ ਨੂੰ ਇੱਕ ਥਾਂ ਤੋਂ ਉਜਾੜ ਦਿੱਤਾ ਗਿਆ ਤਾਂ ਉਹਨਾਂ ਨੂੰ ਵਸਾਉਣ ਦਾ ਇੱਕੋ ਇੱਕ ਰਸਤਾ ਸੀ ਕਿ ਦੂਜੇ ਪਾਸੇ ਦੇ ਸਾਰੇ ਗੈਰ ਮਜ਼ਹਬਾਂ ਨੂੰ ਉਜਾੜ ਦਿੱਤਾ ਜਾਵੇ ਤੇ ਨਵੇਂ ਦੇਸ਼ ਵਿੱਚ ਭੇਜ ਦਿੱਤਾ ਜਾਵੇ। ਇਹ ਵੀ ਚੂੜੀਆਂ ਹੀ ਸਨ ਜੋ ਲੀਗ ਨੇ ਬਾਕੀ ਸਿਆਸੀ ਜਮਾਤਾਂ ਨੂੰ ਭੇਜੀਆਂ। ਇਸ ਮਾਮਲੇ 'ਚ ਇੰਜ ਲੱਗਦਾ ਹੈ ਕਿ ਜਿਵੇਂ ਹਰ ਕੋਈ ਇੱਕ ਅਣਲਿਖਿਆ ਵਿਧਾਨ ਨਿਭਾ ਰਿਹਾ ਸੀ ਤੇ ਇਸ ਮਾਮਲੇ 'ਚ ਕੋਈ ਵੀ ਪਿੱਛੇ ਨਹੀਂ ਸੀ। ਇਸ ਦਾ ਸਬਕ ਇਹ ਹੈ ਕਿ ਜਦੋਂ ਹਿੰਸਾ ਦਾ ਤਾਂਡਵ ਸ਼ੁਰੂ ਹੁੰਦਾ ਹੈ ਤਾਂ ਫਿਰ ਇਹ ਗੱਲਾਂ ਅਰਥਹੀਣ ਹੋ ਜਾਂਦੀਆਂ ਹਨ ਕਿ ਪਹਿਲ ਕਿਸ ਨੇ ਕੀਤੀ, ਕਿਉਂਕਿ ਦੋਇਮ ਵੀ ਤਾਂ ਕੋਈ ਨਹੀਂ ਰਹਿਣਾ ਚਾਹੁੰਦਾ। ਇੱਕ ਵਾਰ ਹਿੰਸਾ ਦਾ ਸਿਲਸਿਲਾ ਸ਼ੁਰੂ ਹੋ ਜਾਵੇ ਤਾਂ ਉਸ ਨੂੰ ਚਾਹ ਕੇ ਵੀ ਰੋਕਣਾ ਬੇਹੱਦ ਔਖਾ ਹੋ ਜਾਂਦਾ ਹੈ। ਤੇ ਆਖਰੀ ਨੁਕਤਾ ਕਿ ਸਾਨੂੰ ਆਜ਼ਾਦੀ ਕਾਹਦੇ ਤੋਂ ਚਾਹੀਦੀ ਹੈ। ਗੱਲ ਸਨ 1577 ਦੀ ਹੈ, ਅੱਜ ਤੋਂ ਕੋਈ 650 ਸਾਲ ਪਹਿਲਾਂ। ਉਹ ਸਿਰਫ ਦੋ ਵੱਖਰੇ ਮੁਲਕ ਹੀ ਨਹੀਂ ਸਨ, ਉਹਨਾਂ ਵਿਚਲਾ ਵਖਰੇਵਾਂ ਵੀ ਬਹੁਤ ਗੂੜਾ ਸੀ। ਇੱਕ ਮੁਲਕ ਬੇਹੱਦ ਵਿਸ਼ਾਲ ਸੀ, ਹਿਮਾਲਿਆ ਤੋਂ ਲੈ ਕੇ ਅਰਬ ਸਾਗਰ ਤੱਕ ਤੇ ਬੰਗਾਲ ਦੀ ਖਾੜੀ ਤੋਂ ਅਫਗਾਨਿਸਤਾਨ ਦੀਆਂ ਪਰਬਤੀ ਚੋਟੀਆਂ ਤੱਕ ਫੈਲਿਆ ਹੋਇਆ। ਆਮ ਰਿਆਇਤ 'ਚ ਖੁਸ਼ਹਾਲੀ ਸੀ। ਇਸ ਦੇ ਬਾਜ਼ਾਰਾਂ 'ਚ ਜੈਪੁਰ ਦਾ ਸੋਨਾ, ਬਰਮਾ ਦੇ ਮਾਣਕ, ਬੰਗਾਲ ਦੀ ਅਫੀਮ ਤੇ ਟਾਪੂਆਂ ਦੇ ਮਸਾਲੇ ਤੇ ਕਸ਼ਮੀਰ ਦੇ ਸ਼ਾਲਾਂ ਦਾ ਵਣਜ ਹੁੰਦਾ ਸੀ। ਇਸ ਮੁਲਕ ਦਾ ਨਾਂ ਹਿੰਦੁਸਤਾਨ ਸੀ। ਦੂਜਾ ਮੁਲਕ ਜਿਹਦੀ 25 ਲੱਖ ਦੇ ਕਰੀਬ ਆਬਾਦੀ 'ਚੋਂ ਬਹੁਤੀ ਖਸਤਾ ਹਾਲ ਸੀ ਤੇ 90% ਦੀ ਆਬਾਦੀ ਖੇਤਾਂ 'ਚ ਕੰਮ ਕਰਦੀ ਤੇ ਭੁੱਖੀ ਸੌਂਦੀ ਸੀ। ਭੁੱਖਮਰੀ ਆਮ ਸੀ ਤੇ ਬਿਮਾਰੀ ਉਸ ਤੋਂ ਵੀ ਵੱਧ ਸ਼ਰੇਆਮ। ਭਿਖਾਰੀ ਆਮ ਨਜ਼ਰ ਆਉਂਦੇ ਸਨ। ਬਿਮਾਰੀ ਰਹਿ ਕੇ ਫੁੱਟ ਪੈਂਦੀ ਸੀ, ਕਦੇ ਚੇਚਕ, ਕਦੇ ਪਲੇਗ ਤੇ ਕਦੇ ਕਾਲੀ ਮੌਤ ਦੇ ਰੂਪ ਵਿੱਚ। ਔਸਤ ਉਮਰ ਕੋਈ 38 ਸਾਲ ਸੀ, ਅੱਜ ਦੇ ਸੁਡਾਨ ਤੋਂ ਵੀ ਘੱਟ। ਇਸ ਮੁਲਕ ਦਾ ਨਾਂ ਇੰਗਲੈਂਡ ਸੀ। ਭਾਰਤ ਉਸ ਵਕਤ ਦੁਨੀਆ ਭਰ ਦੇ ਉਤਪਾਦਨ 'ਚ 23% ਹਿੱਸਾ ਪਾਉਂਦਾ ਸੀ ਤੇ ਇੰਗਲੈਂਡ 2%। ਲਗਭਗ 200 ਸਾਲ ਬਾਅਦ ਪਲਾਸੀ ਦੀ ਲੜਾਈ ਤੋਂ ਬਾਅਦ ਜਦੋਂ ਲਾਰਡ ਕਲਾਈਵ ਮੁਰਸ਼ਿਦਾਬਾਦ 'ਚ ਦਾਖਲ ਹੁੰਦਾ ਹੈ ਤਾਂ ਉਹ ਮੁਰਸ਼ਿਦਾਬਾਦ ਦੀ ਚਕਾਚੌਂਧ ਨੂੰ ਦੇਖ ਕੇ ਕਹਿੰਦਾ ਹੈ, ਇਹ ਜਗ੍ਹਾ ਤਾਂ ਲੰਡਨ ਤੋਂ ਵੀ ਅਮੀਰ ਦਿਖਦੀ ਹੈ। ਪਤਾ ਨਹੀਂ ਰਾਬਰਟ ਕਲਾਈਵ ਇੰਨਾ ਹੈਰਾਨ ਕਿਉਂ ਸੀ। ਅਖੀਰ ਉਹ ਜਗ੍ਹਾ ਅਮੀਰ ਸੀ, ਤਦੇ ਹੀ ਤਾਂ ਉਹ 7 ਸਮੁੰਦਰੋਂ ਪਾਰੋਂ ਲੁੱਟਣ ਆਏ ਸਨ। ਗਰੀਬ ਘਰ 'ਚ ਡਾਕਾ ਕੌਣ ਮਾਰਦਾ ਹੈ। ਉੱਥੇ ਮਾਰੇ ਡਾਕੇ ਤੇ ਰਿਟਰਨ ਔਨ ਇਨਵੈਸਟਮੈਂਟ ਲੋੜ ਅਨੁਸਾਰ ਨਹੀਂ ਹੁੰਦੀ। ਵਿਡੰਬਨਾ ਦੇਖੋ ਕਿ ਜਦੋਂ ਭਾਰਤ ਆਜ਼ਾਦ ਹੁੰਦਾ ਹੈ ਤਾਂ ਇੰਗਲੈਂਡ ਦੁਨੀਆ ਭਰ ਦੇ ਉਤਪਾਦਨ 'ਚ 23% ਦੀ ਹਿੱਸੇਦਾਰੀ ਦੇ ਰਿਹਾ ਹੈ ਤੇ ਭਾਰਤ ਸਿਰਫ 2%। ਜਦੋਂ ਗੋਰੇ ਆਏ ਸਨ ਤਾਂ ਉਹ ਵੀ ਆਪਣੇ ਆਪ ਨੂੰ ਭਾਰਤੀਆਂ ਦੇ ਬਰਾਬਰ ਹੀ ਸਮਝਦੇ ਸਨ ਜਾਂ ਸ਼ਾਇਦ ਉਸ ਤੋਂ ਵੀ ਥੱਲੇ, ਪਰ ਜਦੋਂ ਗਏ ਤਾਂ ਸਾਹਿਬ ਬਣ ਕੇ ਗਏ। ਆਰਥਿਕ ਗੁਲਾਮੀ ਕਿਵੇਂ ਤੇ ਕਦੋਂ ਮਾਨਸਿਕ ਗੁਲਾਮੀ ਵਿੱਚ ਤਬਦੀਲ ਹੋ ਗਈ, ਇਸ ਦੇ ਨਾਲ ਸਾਰੀ ਤਵਾਰੀਖ ਦੇ ਵਰਕੇ ਭਰੇ ਪਏ ਹਨ। ਤੇ ਅੱਜ 76 ਵਰ੍ਹੇ ਬਾਅਦ ਵੀ ਜੇ ਅਸੀਂ ਸਹੀ ਮਾਇਨਿਆਂ 'ਚ ਆਜ਼ਾਦ ਨਹੀਂ ਹਾਂ ਤਾਂ ਇਸ 'ਚ ਕਸੂਰ 76 ਵਰ੍ਹੇ ਪਹਿਲਾਂ ਹੋਈ ਜਿੱਤ ਦਾ ਨਹੀਂ ਹੈ। ਇਹ ਸਿਰਫ ਨਿਸ਼ਾਨਦੇਹੀ ਹੈ ਕਿ ਉਸ ਤੋਂ ਅਗਲੇ ਪੜਾਅ ਦਾ ਸਫ਼ਰ ਅਜੇ ਵੀ ਬਾਕੀ ਹੈ। 76 ਸਾਲ ਪਹਿਲਾਂ ਉਸ ਪਲ
ਤੇ ਉਸ ਪਲ ਲਈ ਕੁਰਬਾਨੀਆਂ ਦੇਣ ਵਾਲੇ ਅਤੇ ਉਸ ਗੈਰ ਲੋੜੀਂਦੀ ਵੰਡ 'ਚ ਮਰਨ ਵਾਲੇ ਸਾਰੇ ਲੱਖਾਂ ਹਿੰਦੁਸਤਾਨੀਆਂ ਦੀ ਯਾਦ ਨੂੰ ਸਜਦਾ ਗੋ ਹਾਂ। ਇਸ ਉਮੀਦ ਨਾਲ ਕਿ ਅਸੀਂ ਭਵਿੱਖ 'ਚ ਆਪਣੀਆਂ ਗਲਤੀਆਂ ਤੋਂ ਸਿੱਖੀਏ, ਜੇਨੀ ਵਲਗਣਾ ਤੋਂ ਆਜ਼ਾਦ ਹੋ ਸਕੀਏ ਤੇ ਸਮੁੱਚਾ ਖਿੱਤਾ ਸਮਾਜਿਕ, ਆਰਥਿਕ ਅਤੇ ਜ਼ਿਹਨੀ ਤੌਰ ਤੇ ਤਰੱਕੀ ਕਰ ਸਕੇ। ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ, ਬਹੁਤ-ਬਹੁਤ ਧੰਨਵਾਦ ਤੇ ਰੱਬ ਰਾਖਾ।